ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਤਿਨ ਸੰਤਨ ਕੋ ਵੰਦਨਾ
ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਈ ਪੋਰ ਸ੍ਰੀ ਗੁਰ ਉਠੇ, ਕਰ ਇਸ਼ਨਾਨ ਤੇ ਆਦ। ਗੁਰ ਤਾ ਗਾਦੀ ਪਰ ਥਿਰੇ, ਦਰਸਹਿ ਸਿੱਖ ਅਹਿਲਾਦ। ਭਈ ਪੋਰ ਸ੍ਰੀ ਗੁਰ ਉਠੇ, ਕਰ ਇਸ਼ਨਾਨ ਤੇ ਆਦ। ਗੁਰ ਤਾ ਗਾਦੀ ਪਰ ਥਿਰੇ, ਦਰਸਹਿ ਸਿੱਖ ਅਹਿਲਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਸ਼ਬਦਾ ਅਵਤਾਰ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਦਇਆ ਸਦਕਾ ਆਪ ਜੀ ਨਿਤਾ ਪ੍ਰਤੀ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਵਡਿਆਈ ਸਰਵਣ ਕਰਨ ਵਾਸਤੇ ਆਪ ਜੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਆਪਣੇ ਸਮੇਂ ਨੂੰ ਮਨੁੱਖਾ ਸਰੀਰ ਨੂੰ ਸਫਲਾ ਬਣਾਉਂਦੇ ਹੋ। ਲੰਮੇ ਸਮੇਂ ਤੋਂ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਗੁਰ ਇਤਿਹਾਸ ਦੀ ਗਾਥਾ ਹੁਣ ਤੀਕਰ ਆਪਾਂ ਬੜੇ ਪ੍ਰੇਮ ਸ਼ਰਧਾ ਸਤਿਕਾਰ ਦੇ ਨਾਲ ਸਰਵਣ ਕੀਤੀ ਹੈ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸੁਣਿਆ ਵਿਚਾਰਿਆ ਆਪ ਜੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਦੇ ਪ੍ਰੇਰੇ ਹੋਏ ਭਾਈ ਕਲਿਆਣਾ ਜੀ ਮੰਡੀ ਦੇ ਰਾਜੇ ਦੇ ਪਾਸ ਉਹਦੀ ਰਿਆਸਤ ਸ਼ਹਿਰ ਵਿੱਚ ਪਹੁੰਚੇ ਹੈ, ਜਿੱਥੇ ਰਹਿ ਕਰਕੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਪ੍ਰਭੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਬੈਠਣਾ, ਇਹ ਕਿਰਿਆ ਭਾਈ ਸਾਹਿਬ ਦੀਆਂ ਮੰਡੀ ਸ਼ਹਿਰ ਵਿੱਚ ਵੀ ਬਾਖੂਬ ਨਿਭਾਉਣਾ ਕੀਤੀ। ਪਰ ਇੱਥੇ ਕੋਈ ਜਨਮਾਸ਼ਟਮੀ ਦੇ ਦਿਨ ਚੱਲਣ ਕਰਕੇ ਵਰਤ ਆਦਿਕ ਚੱਲ ਰਹੇ ਸੀ। ਰਾਜੇ ਲੋਕ ਇਹੋ ਜਿਹੇ ਹੁੰਦੇ ਆ ਵੀ ਉਹ ਸਖਤ ਹਦਾਇਤ ਕੀਤੀ ਹੋਈ ਸੀ ਕਿ ਸਾਰੇ ਇਹ ਵਰਤ ਨਿਯਮਾਂ ਦੀ ਪਾਲਣਾ ਕਰਨਗੇ। ਸਾਰੇ ਸ਼ਹਿਰ ਨੇ ਇਸ ਤਰ੍ਹਾਂ ਹੀ ਕੀਤਾ, ਪਰ ਭਾਈ ਕਲਿਆਣਾ ਜੀ ਗੁਰੂ ਕੇ ਸਿੱਖ ਸਨ। ਛੋਡਾ ਅੰਨ ਕਰਹਿ ਪਾਖੰਡ, ਇਸ ਨੂੰ ਮਨ ਵਿੱਚ ਧਾਰਿਆ ਹੋਣ ਕਰਕੇ ਆਪ ਦੀ ਨਿਤਾ ਪ੍ਰਤੀ ਉਹ ਗੁਰਬਾਣੀ ਪੜ੍ਹਨ ਵਾਲੀ ਬਿਰਤੀ ਉਸੇ ਤਰ੍ਹਾਂ ਹੀ ਰੱਖੀ ਹੈ। ਰਾਜੇ ਪਾਸ ਚੁਗਲੀ ਹੋਣ 'ਤੇ ਫਿਰ ਉਹ
ਭਾਈ ਕਲਿਆਣਾ ਜੀ ਨੂੰ ਰਾਜੇ ਨੇ ਸਜ਼ਾ ਦੇਣੀ ਚਾਹੀ ਸੀ। ਸਜ਼ਾ ਇਹ ਦਿੱਤੀ ਵੀ ਇਹਦੀ ਇੱਕ ਟੰਗ ਵੱਢ ਕਰਕੇ ਇਹਨੂੰ ਧੱਕੇ ਮਾਰ ਕੇ ਤੇ ਮੇਰੇ ਰਾਜ ਵਿੱਚੋਂ ਬਾਹਰ ਕੱਢ ਦਿਓ। ਜਦੋਂ ਕੋਈ ਉਹ ਜਲਾਦ ਜੇ ਚੰਡਾਲ ਭਾਈ ਕਲਿਆਣਾ ਜੀ ਦੀ ਲੱਤ ਨੂੰ ਟੱਕ ਜਿਹਾ ਮਾਰਨ ਲੱਗੇ ਹੈ ਸ਼ਾਸਤਰ ਦੇ ਨਾਲ, ਉਸ ਸਮੇਂ ਭਾਈ ਕਲਿਆਣਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧਿਆਨ ਧਰਦੇ ਹੈ ਵੀ ਮਹਾਰਾਜ, ਜਦੋਂ ਮੈਂ ਆਇਆ ਸੀ ਅੰਮ੍ਰਿਤਸਰ ਸਾਹਿਬ ਤੋਂ, ਤੁਸਾਂ ਜਾਂਦੇ ਹੋਏ ਨੂੰ ਇਹ ਬਚਨ ਆਖੇ ਸੀ ਕਿ ਸ਼ਰਧਾ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਚਲੇ ਜਾਓ, ਅਸੀਂ ਸਹਾਇਤਾ ਕਰਾਂਗੇ। ਤੋ ਮਹਾਰਾਜ, ਜੋ ਬਿਰਦ ਸਾਂਭਣ ਦਾ ਸਮਾਂ ਆ ਗਿਆ ਹੈ, ਕਿਰਪਾ ਕਰੋ ਮਹਾਰਾਜ, ਆਪ ਮੇਰੀ ਸਹਾਇਤਾ ਕਰੋ। ਸੱਚੇ ਪਾਤਸ਼ਾਹ ਜੀਆਂ ਐਸੀ ਕਲਾ ਵਰਤਾਈਓ, ਸਜ਼ਾ ਦੇਣ ਤੋਂ ਪਹਿਲਾਂ ਹੀ ਉਹ ਰਾਜਾ ਮੂਰਛਤ ਹੋ ਕੇ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗਿਆ। ਸਾਰੇ ਪਾਸੇ ਹਫੜਾ ਦਫੜੀ ਮੱਚੀ। ਰਾਜੇ ਨੂੰ ਚੁੱਕ ਕਰਕੇ ਮਹਿਲਾਂ ਵਿੱਚ ਲੈ ਕਰਕੇ ਗਏ। ਭਾਈ ਕਲਿਆਣਾ ਜੀ ਨੂੰ ਬੇਨਤੀ ਕਰਦੇ, ਕਿਉਂਕਿ ਸਾਰੇ ਜਾਣ ਗਏ ਆ ਵੀ ਇਹ ਰਾਜੇ ਦੀ ਐਸੀ ਹਾਲਤ ਅਪਰਦੇਸੀ ਸਿੱਖ ਦੇ ਕਰਕੇ ਹੋਈ, ਇਹਦਾ ਨਿਰਾਦਰ ਹੋਇਆ, ਇਹਨੂੰ ਸਜ਼ਾ ਦੇਣ ਲੱਗੇ ਆ। ਤੋ ਇਸ ਤਰ੍ਹਾਂ ਜਦੋਂ ਪਤਾ ਲੱਗਿਆ, ਉਹ ਵਜ਼ੀਰ ਫਿਰ ਭਾਈ ਕਲਿਆਣਾ ਜੀ ਦੇ ਅੱਗੇ ਬੇਨਤੀ ਕਰਦੇ ਆ ਵੀ ਆਪ ਕੋਈ ਕਿਰਪਾ ਕਰੋ ਵੀ ਰਾਜਾ ਠੀਕ ਹੋ ਜਾਵੇ। ਭਾਈ ਕਲਿਆਣਾ ਜੀ ਹੁਣ ਪੂਰੇ ਸਿੱਖ ਸੀ, ਜੇ ਕੋਈ ਉਹੋ ਜਿਹਾ ਹੁੰਦਾ ਕੱਚਾ ਪਿੱਲਾ ਤੇ ਉਹ ਆਪਦੇ ਨਾਲ ਜੋੜ ਲੈਂਦਾ ਵੀ ਮੈਂ ਹੁਣੇ ਠੀਕ ਕਰ ਦੇਣਾ। ਜਿਵੇਂ ਉਹ ਕਿਰਪਾ ਕਲਾ ਗੁਰੂ ਘਰ ਦੀ ਵਰਤਦੀ ਹੈ, ਪਰ ਪਖੰਡੀ ਲੋਕ ਉਹ ਆਪਦੇ ਆਪ ਨਾਲ ਜੋੜ ਲੈਂਦੇ ਆ ਵੀ ਅਸੀਂ ਕੀਤਾ ਹੈ, ਮੈਂ ਕਰ ਸਕਦਾ ਹਾਂ, ਆਪਦੀ ਦੇਹ ਦੀ ਪੂਜਾ ਕਰਾਉਣ ਖਾਤਰ। ਗੁਰੂ ਘਰ ਦੀਆਂ ਦਾਤਾਂ ਦੇਣ ਵਾਲਾ ਉਹ ਪ੍ਰਭੂ ਪਰਮੇਸ਼ਰ ਦਾਤੇ ਨੂੰ ਛੱਡ ਕੇ ਤੇ ਆਮ ਲੋਕਾਈ ਨੂੰ ਆਪਦੇ ਮਗਰ ਲਾਉਣਾ। ਭਾਈ ਕਲਿਆਣਾ ਜੀ ਐਸੇ ਨਹੀਂ ਸਨ। ਉਹਨਾਂ ਨੇ ਦੱਸਿਆ ਕਿ ਭਾਈ ਰਾਜਾ ਹੋਵੇਗਾ ਠੀਕ, ਪਰ ਅਰਦਾਸ ਇਉਂ ਕਰੋ ਵੀ ਅਸੀਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿੱਖੀ ਧਾਰਾਂਗੇ, ਤੇ ਨਾਲ ਵੀ ਜਦੋਂ ਰਾਜਾ ਠੀਕ ਹੋ ਜਾਵੇ ਤੇ ਅਸੀਂ ਸਾਰੇ ਚੱਲ ਕੇ ਰਾਜੇ ਸਮੇਤ ਅੰਮ੍ਰਿਤਸਰ ਸਾਹਿਬ ਜਾਵਾਂਗੇ। ਅਰਦਾਸ ਕੀਤੀ ਭਾਈ ਕਲਿਆਣਾ ਜੀਆਂ ਵੀ ਜਦੋਂ ਅਰਦਾਸ ਕੀਤੀ, ਵਾਹਿਗੁਰੂ 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 ਉਚਾਰਨ ਕੀਤਾ, ਰਾਜੇ ਨੂੰ ਹੋਸ਼ ਆਈ। ਰਾਜਾ ਵੀ ਜਾਣ ਗਿਆ ਵੀ ਇਹ ਸਿੱਖ ਕੋਈ ਪੂਰਾ ਸੂਰਾ ਹੈ, ਕੋਈ ਕੱਚਾ ਪਿੱਲਾ ਨਹੀਂ। ਆਪਣੇ ਮਹਿਲਾਂ ਵਿੱਚ ਰੱਖਿਆ, ਭਾਈ ਕਲਿਆਣਾ ਜੀ ਦਾ ਬੜਾ ਸਤਿਕਾਰ ਅਦਬ ਕੀਤਾ। ਕੁਝ ਕੁ ਦਿਨਾਂ ਬਾਅਦ ਜਦੋਂ ਰਾਜਾ ਰਾਜੀ ਹੋਇਆ, ਠੀਕ ਹੋਇਆ, ਫਿਰ ਭਾਈ ਕਲਿਆਣਾ ਜੀ ਨੂੰ ਲੈ ਕੇ ਮੰਡੀ ਸ਼ਹਿਰ ਪਹਾੜ ਦੇਸ਼ ਤੋਂ ਚੱਲ ਕੇ ਤੇ ਅੰਮ੍ਰਿਤਸਰ ਸਾਹਿਬ ਸਮੇਤ ਰਾਣੀਆਂ ਦੇ ਫੌਜਾਂ ਦੇ ਪਹੁੰਚਿਆ। ਅੰਮ੍ਰਿਤਸਰ ਸਾਹਿਬ ਦੇ ਬਾਰ-ਬਾਰ ਰਾਜੇ ਦਾ ਪੜਾਅ ਕੀਤਾ। ਭਾਈ ਕਲਿਆਣਾ ਜੀਆਂ ਯਥਾ ਸ਼ਕਤ ਆਸਣ ਲਵਾਏ। ਉੱਥੇ ਤੰਬੂ ਆਦਿਕ ਫੌਜਾਂ ਕੋਲ ਹੁੰਦੇ ਹੀ ਹੈ। ਰਾਜੇ ਦੀ ਫੌਜ ਸਮੇਤ ਸਭ ਰਾਣੀਆਂ ਉੱਥੇ ਤੰਬੂ ਲਾ ਕੇ ਬੈਠ ਗਏ ਹੈ। ਭਾਈ ਕਲਿਆਣਾ ਜੀ ਫਿਰ ਸੰਧਿਆ ਸਮੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਆ ਕੇ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਜੀ, ਆਪ ਜੀ ਕੀ ਦਇਆ ਸਦਕਾ ਮਹਾਰਾਜ ਉੱਥੇ ਆਹ ਕੌਤਕ ਵਰਤਿਆ ਹੈ ਵੀ ਰਾਜਾ ਐਂ ਮੈਨੂੰ ਸਜ਼ਾ ਦੇਣ ਲੱਗਿਆਂ ਬੇਹੋਸ਼ ਹੋ ਗਿਆ ਸੀ। ਆਪ ਜੀ ਕੇ ਅੱਗੇ ਅਰਦਾਸ ਕਰਨ ਤੇ ਫਿਰ ਠੀਕ ਵੀ ਹੋਇਆ। ਵੀ ਕਰਨ ਕਰਾਉਣ ਵਾਲੇ ਤਾਂ ਸਾਰਾ ਕੁਝ ਤੁਸੀਂ ਆਪ ਹੋ, ਅਸੀਂ ਤਾਂ ਕੇਵਲ ਇੱਕ ਬਹਾਨਾ ਬਣੇ ਹਾਂ। ਤੋ ਮਹਾਰਾਜ ਮੰਡੀ ਦਾ ਰਾਜਾ ਪਰਿਵਾਰ ਸਮੇਤ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ ਤੇ ਸਿੱਖੀ ਦਾ ਦਾਨ ਮੰਗਦਾ ਹੈ। ਆਪ ਦਇਆ ਕਰੋ ਮਹਾਰਾਜ, ਉਹਨੂੰ ਦਰਸ਼ਨਾਂ ਦੀ ਦਾਤ ਬਖਸ਼ੋ, ਤੇ ਜਿਵੇਂ ਆਪ ਨੂੰ ਠੀਕ ਲੱਗੇ ਮਹਾਰਾਜ ਅਧਿਕਾਰੀ ਜਾਣ ਕੇ ਉਹਨੂੰ ਉਪਦੇਸ਼ ਤੇ ਸਿੱਖੀ ਵੀ ਬਖਸ਼ਿਸ਼ ਕਰੋ। ਇਸ ਤਰ੍ਹਾਂ ਦਾ ਕੁਝ ਪ੍ਰਸੰਗ ਆਪਾਂ ਪਿਛਲੇ ਦੀ ਬਾਣ ਵਿੱਚ ਪੜ੍ਹਿਆ ਸੁਣਿਆ ਹੈ। ਅੱਗੇ ਰਾਜੇ ਦਾ ਮਹਾਰਾਜ ਦੇ ਦਰਸ਼ਨ ਕਰਨ ਆਉਣਾ,
ਸਤਿਗੁਰਾਂ ਦੇ ਉਪਦੇਸ਼ ਕਰਦਿਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਣਾ। ਔਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਾਜੇ ਦੇ ਸ਼ੰਕੇ ਦੀ ਨਿਵਰਤੀ ਕਰਨੀ। ਮਾਏ ਮੁੰਡਾ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ। ਤੋ ਪੂਰੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਿੱਖ ਦੇ ਮਨ ਵਿੱਚ ਸ਼ੰਕਾ ਰਹਿਣ ਹੀ ਨਹੀਂ ਦਿੰਦੇ। ਤੋ ਇਸ ਲਈ ਸੱਚੇ ਪਾਤਸ਼ਾਹ ਦੀਆਂ ਫਿਰ ਜਿਵੇਂ ਕਲਾ ਕੌਤਕ ਵਰਤਾਈ। ਰਾਜੇ ਦਾ ਚੰਡਾਲਾਂ ਦੇ ਘਰ ਸੁਪਨੇ ਰਾਹੀਂ ਜਨਮ ਹੋਣਾ, ਉਹ ਸਾਰਾ ਕੌਤਕ ਜਿਵੇਂ ਵਰਤਿਆ ਹੋਇਆ ਅੱਗੇ ਕਵੀ ਜੀਆਂ ਲਿਖਿਆ ਆ ਰਿਹਾ ਪ੍ਰਸੰਗ ਅੰਦਰ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਸਾਈਏ। ਸਭ ਸੰਗਤ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਈ ਭੋਰ ਸ੍ਰੀ ਗੁਰ ਉੱਠੇ। ਅੰਮ੍ਰਿਤ ਵੇਲਾ ਜਦੋਂ ਹੋਇਆ, ਕਵੀ ਜੀ ਕਹਿੰਦੇ ਹੈ, ਰਾਜਾ ਮੰਡੀ ਸ਼ਹਿਰ ਵਾਲਾ ਏ ਬਾਰ-ਬਾਰ ਅੰਮ੍ਰਿਤਸਰ ਸਾਹਿਬ ਦੇ ਪੜਾਅ ਲਾ ਕੇ ਬੈਠਾ ਹੋਇਆ ਮਹਾਰਾਜ ਦੇ ਦਰਸ਼ਨਾਂ ਵਾਸਤੇ। ਇੱਕ ਰਾਤ ਬਤੀਤ ਇਹਨੇ ਕੀਤੀ ਹੈ ਤੇ ਭਾਈ ਕਲਿਆਣਾ ਜੀਆਂ ਬੇਨਤੀ ਕਰ ਦਿੱਤੀ, ਮਹਾਰਾਜ ਮੰਡੀ ਦਾ ਰਾਜਾ ਆ ਗਿਆ, ਉਹਨੂੰ ਦਰਸ਼ਨ ਬਖਸ਼ੋ। ਤੋ ਰਾਤ ਬਤੀਤ ਹੋਈ। ਜਦੋਂ ਅੰਮ੍ਰਿਤ ਵੇਲਾ ਪਹਿਰ ਕੁ ਜਿਵੇਂ ਰਾਤ ਰਹਿ ਜਾਂਦੀ ਹੈ, ਸਮਾਂ ਹੋਇਆ ਅੰਮ੍ਰਿਤ ਵੇਲੇ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਗੇ ਹਨ। ਕਰ ਇਸ਼ਨਾਨ ਤੇ ਆਦ। ਤੇ ਸੌਚਾਚਾਰ ਸੌਚ ਕਿਰਿਆ ਕਰਨ ਤੋਂ ਬਾਅਦ ਦਾਤਨ ਕਰਨਾ ਕੁਰਲਾਦ ਕੇ ਸਾਰੀ ਸੌਚਾਚਾਰ ਸੌਚ ਕਿਰਿਆ ਆ ਜਾਂਦੀ ਹੈ। ਤੋ ਉਪਰੰਤ ਸੱਚੇ ਪਾਤਸ਼ਾਹ ਦੀਆਂ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਨਾ ਕੀਤਾ ਹੈ। ਗੁਰ ਤਾ ਗਾਦੀ ਪਰ ਥਿਰੇ। ਤੇ ਮਹਾਰਾਜ ਬਾਣਾ ਪਾ ਤਿਆਰ ਬਰ ਤਿਆਰ ਹੋ ਸਤਿਗੁਰੂ ਜੀ ਪਾਵਨ ਗੁਰਤਾ ਸਿੰਘਾਸਨ ਵਿੱਚ ਉੱਪਰ ਜਾ ਟਿਕੇ ਹਨ। ਦਰਸਹਿ ਸਿੱਖ ਅਹਿਲਾਦ। ਤੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਅੰਮ੍ਰਿਤ ਵੇਲੇ ਪਹੁੰਚ ਜਾਂਦੀਆਂ ਸਨ। ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਸੰਗਤਾਂ ਬਹੁਤ ਆਨੰਦ ਮਾਣਦੀਆਂ ਹਨ। ਚਾਪਈ ਗਮਨਿਓ ਨਿਰਪ ਟਿਕ ਤਬ ਕਲਿਆਣਾ। ਤੇ ਜਦੋਂ ਭਾਈ ਕਲਿਆਣਾ ਜੀਆਂ ਵੇਖਿਆ ਵੀ ਸੱਚੇ ਪਾਤਸ਼ਾਹ ਜੀ ਹੁਣ ਸਜ ਗਏ ਸਿੰਘਾਸਨ ਉੱਪਰ, ਭਾਈ ਕਲਿਆਣਾ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਬਾਹਰ ਜਿੱਥੇ ਉਹ ਰਾਜੇ ਨੇ ਡੇਰਾ ਪਾਇਆ ਹੋਇਆ, ਭਾਈ ਕਲਿਆਣਾ ਜੀ ਉੱਥੇ ਪਹੁੰਚੇ ਹਨ ਰਾਜੇ ਪਾਸ। ਮਿਲਨ ਹੇਤ ਬਿਰਤੰਤ ਬਖਾਨਾ। ਤੇ ਜਾ ਕੇ ਮਿਲਣ ਵਾਸਤੇ ਸਾਰੀ ਵਿਥਿਆ ਰਾਜੇ ਨੂੰ ਸੁਣਾਈ ਆ ਵੀ ਰਾਜਨ ਮਹਾਰਾਜ ਸਿੰਘਾਸਣ ਤੇ ਸਜੇ ਬੈਠੇ ਹੋਏ ਆ ਤੇ ਹੁਣ ਸਮਾਂ ਯੋਗ ਹੈ ਵੀ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰ ਸਕਦੇ ਹੋ। ਤਦ ਛਿਨ ਕੀਨਸ ਸਗਰੀ ਤਿਆਰੀ। ਤੇ ਰਾਜੇ ਨੇ ਸੁਣ ਕੇ ਕਲਿਆਣੇ ਤੋਂ ਤੇ ਬੜੀ ਛੇਤੀ ਦੇ ਨਾਲ ਤਿਆਰੀ ਕਰ ਲਈ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਇਸ਼ਨਾਨ ਪਾਣ ਕੀਤਾ, ਤਿਆਰ ਬਰ ਤਿਆਰ ਹੋਇਆ ਹੈ। ਲੈ ਕਰ ਸਾਥ ਉਪਾਇ ਅਨੁਸਾਰੀ। ਤੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਫਿਰ ਦਰਸ਼ਨਾਂ ਦੀ ਭੇਟਾ ਵਜੋਂ ਬਹੁਤ ਹੀ ਮਾਇਆ, ਸੋਨਾ, ਚਾਂਦੀ, ਹੀਰੇ ਜਵੇਹਰ ਬਹੁਤ ਭਾਰੀ ਮਾਤਰਾ ਵਿੱਚ ਲੈ ਲਏ ਹਨ। ਕੰਚਨ ਰਜਤ ਦੰਡ ਨਰਗਹਿ। ਤੇ ਫਿਰ ਰਾਜਿਆਂ ਦੇ ਨਾਲ ਜਿਹੜੀ ਸ਼ਾਨੋ ਸ਼ੌਕਤ ਵਾਸਤੇ ਚੱਲਦੇ ਆ, ਉਹ ਜਿਹੜੇ ਚੋਬਦਾਰ ਹੁੰਦੇ ਆ, ਜਦੋਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਹੈ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉੱਥੇ ਚਾਂਦੀ ਦੇ ਚੋਬਾਂ ਲੈ ਕੇ ਪਿਛਲੇ ਪੈਰੀਂ ਜਿਹੜੇ ਚੋਬਦਾਰ ਚੱਲਦੇ ਆ ਉਹਨਾਂ ਨੂੰ ਉਹ ਚੋਬਾਂ ਹੁੰਦੀਆਂ ਚੋਬਦਾਰ ਆਖਦੇ ਆ। ਤੋ ਇਸ ਤਰ੍ਹਾਂ ਸੋਨੇ ਦੀ ਚੋਬਾਂ ਲੈ ਕੇ ਜਿਹੜੇ ਚੋਬਦਾਰ ਆ ਉਹਨਾਂ ਹੱਥ ਵਿੱਚ ਪਕੜੀਆਂ ਤੇ ਰਾਜੇ ਦੇ ਅੱਗੇ ਚੱਲ ਰਹੇ ਹਨ। ਮਹਿਪਾਲਕ ਕੇ ਆਗੇ ਰਹੈ। ਸਾਰੇ ਜਿਹੜੇ ਚੋਬਦਾਰ ਆ ਰਾਜੇ ਮੰਡੀ ਵਾਲੇ ਦੇ ਅੱਗੇ ਅੱਗੇ ਚੱਲ ਰਹੇ ਹਨ। ਸਚਿਵ ਸੁਭਟ ਕੋ ਲੈ ਸਮੁਦਾਏ। ਤੇ ਬਹੁਤ ਅਮੀਰ ਵਜ਼ੀਰ ਰਾਜੇ ਦੇ ਨਾਲ, ਫੌਜਾਂ ਦੇ ਚੰਗੇ ਵੱਡੇ ਜਰਨੈਲ ਜਿਹੜੇ ਆ ਉਹ ਵੀ ਨਾਲ ਰਾਜੇ ਦੇ ਸੂਰਮੇ ਚੱਲ ਰਹੇ ਹਨ। ਬਸਨ ਵਿਭੂਖਣ ਜਿਨ੍ਹਾਂ ਸੁਹਾਏ। ਜਿਨ੍ਹਾਂ ਦੇ ਬਹੁਤ ਸੋਹਣੇ ਵਸਤਰ ਗਹਿਣੇ ਪਾਏ ਹੋਏ, ਸ਼ੋਭਾ ਪਾ ਰਹੇ, ਸੁੰਦਰ ਗਹਿਣੇ ਸੋਹਣੇ ਲੱਗਦੇ, ਸ਼ੋਭਾ ਪਾਉਂਦੇ ਆ। ਪਾਇਨ ਤੇ ਚੱਲ ਕਰਮ ਹੀ ਪਾਲਾ। ਤੇ ਆਪਣੇ ਨੰਗੇ ਪੈਰੀਂ ਚੱਲ ਕੇ ਜਿਹੜਾ ਰਾਜਾ ਹੈ ਨਾ ਮੰਡੀ ਵਾਲਾ,
ਉਹ ਆਪਣੇ ਚਰਨਾਂ ਪੈਰਾਂ ਦੇ ਨਾਲ ਨੰਗੇ ਪੈਰੀਂ ਚੱਲ ਕੇ ਪਰਿਵਾਰ ਸਮੇਤ ਗਮਨਿਓ ਸ਼ਰਧਾ ਤਰੇ ਵਿਸ਼ਾਲਾ। ਮਨ ਵਿੱਚ ਬਹੁਤ ਹੀ ਸ਼ਰਧਾ ਰੱਖ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਪਹੁੰਚਦਾ ਹੈ। ਪਹੁੰਚਿਓ ਸਤਿਗੁਰ ਕੇ ਟਿਕ ਜਾਏ। ਜਦੋਂ ਇਹ ਰਾਜਾ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰਾਂ ਦੇ ਸਾਹਮਣੇ ਜਾ ਪਹੁੰਚਿਆ ਹੈ, ਪਗ ਪੰਕਜ ਪਰ ਸੀਸ ਨਿਵਾਏ। ਸਤਿਗੁਰਾਂ ਦੇ ਚਰਨ ਕਮਲਾਂ ਤੇ ਰਾਜੇ ਨੇ ਮੱਥਾ ਟੇਕਿਆ, ਸ਼ੀਸ਼ ਨਵਾਇਆ ਚਰਨਾਂ ਉੱਪਰ। ਹਾਥ ਜੋੜ ਬਹ ਬਿਨੈ ਬਖਾਨੀ। ਹੱਥ ਜੋੜ ਕੇ ਰਾਜੇ ਨੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਸਤਿਗੁਰਾਂ ਦੇ ਪਾਸ ਬੇਨਤੀਆਂ ਕਰਦਾ ਹੈ। ਸੁਣ ਕਰ ਮਹਿਮਾ ਮੈਂ ਗੁਣ ਖਾਨੀ। ਤੇ ਰਾਜਾ ਕਹਿੰਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਸਤਿਗੁਰੂ ਜੀ, ਮਹਾਰਾਜ ਤੁਹਾਡੀ ਬੜੀ ਸੁਣੀ ਆ ਹੁਣ ਤੀਕਰ, ਬਹੁਤ ਵਡਿਆਈ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਇੱਥੇ ਆਇਆ, ਕਿਉਂਕਿ ਆਪ ਸੱਚੇ ਪਾਤਸ਼ਾਹ ਜੀ ਗੁਣਾਂ ਦੀ ਖਾਣ। ਉਹ ਤੁਹਾਡਾ ਇੱਕ ਸਿੱਖ ਭਾਈ ਕਲਿਆਣਾ ਮੇਰੇ ਦੇਸ਼ ਵਿੱਚ ਗਿਆ ਸੀਗਾ, ਤੇ ਮਹਾਰਾਜ ਜਿਹਦੇ ਸਿੱਖਾਂ ਵਿੱਚ ਇੰਨੀ ਸ਼ਕਤੀ ਹੋ ਸਕਦੀ ਹੈ, ਮਨ ਵਿੱਚ ਇਹ ਵਿਚਾਰ ਬਣੇ ਵੀ ਉਹ ਗੁਰੂ ਕੈਸਾ ਹੋਵੇਗਾ ਜਿਹਦੇ ਸਿੱਖ ਵੀ ਸਮਰੱਥ ਹੈ। ਤੁਹਾਡੇ ਦਰਸ਼ਨਾਂ ਦੀ ਇੱਛਾ ਬਣੀ, ਆਪ ਗੁਣਾਂ ਦੀ ਖਾਣ ਹੋ, ਤੁਹਾਡੇ ਗੁਣਾਂ ਨੂੰ ਤੁਹਾਡੀ ਮਹਿਮਾ ਨੂੰ ਬੜਾ ਸੁਣਿਆ ਅਜ ਤੀਕਰ। ਰਾਵਰ ਸ਼ਰਨ ਪਰਿਓ ਅਬ ਆਈ। ਇਸ ਕਰਕੇ ਮਹਾਰਾਜ ਮੈਂ ਪਰਿਵਾਰ ਸਮੇਤ ਚੱਲ ਕੇ ਤੁਹਾਡੇ ਚਰਨੀ ਆ ਪਿਆ ਹਾਂ, ਤੁਹਾਡੀ ਸ਼ਰਨ ਪਾਈ ਹੈ। ਏਮ ਕਹਿ ਬੈਠ ਗਇਓ ਸਮੁਹਾਈ। ਇਸ ਤਰ੍ਹਾਂ ਕਹਿ ਕੇ ਰਾਜਾ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਮਣੇ ਸੰਗਤ ਵਿੱਚ ਬੈਠਿਆ ਹੈ। ਤੇ ਸੋਚਨ ਮਹਿ ਸ਼੍ਰੀ ਅਰਜਨ ਨਾਥ। ਜਦੋਂ ਰਾਜਾ ਦਰਸ਼ਨ ਕਰਨ ਆਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਵਾਮੀ ਜੀ ਦੇ ਹੱਥ ਵਿੱਚ ਉਸ ਸਮੇਂ ਪੋਥੀ ਪਠਤ ਹੁਤੇ ਗਹਿ ਹਾਥ। ਹੱਥ ਵਿੱਚ ਪਕੜੀ ਹੋਈ ਪੋਥੀ ਸੱਚੇ ਪਾਤਸ਼ਾਹ ਜੀ ਪੜ੍ਹ ਰਹੇ ਸੀ। ਗੁਰਬਾਣੀ ਦੀ ਕੋਈ ਪੋਥੀ, ਦੱਖਣੀ ਓਅੰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਹੈ, ਇਹ ਪੋਥੀ ਸਤਿਗੁਰੂ ਜੀ ਪੜ੍ਹ ਰਹੇ ਸਨ ਬੈਠੇ ਹੋਏ। ਓਅੰਕਾਰ ਕੀ ਤੁਕ ਮੁਖ ਇਹੀ। ਤੇ ਓਅੰਕਾਰ ਭਾਵ ਦੱਖਣੀ ਓਅੰਕਾਰ ਨਾਵੇਂ ਜਿਹੜੀ ਬਾਣੀ ਹੈ, ਇਹਦੀ ਤੁਕ ਜਿਹੜੀ ਸਤਿਗੁਰੂ ਮੁਖੋਂ ਪੜ੍ਹ ਰਹੇ ਆ। ਲਿਖਿਆ ਮੇਟ ਨ ਸਕੀਐ ਕਹੀ। ਵੀ ਜਿਸ ਬਾਣੀ ਦੱਖਣੀ ਓਅੰਕਾਰ ਦੀ ਪੰਕਤੀ ਕਹਿੰਦੀ ਹੈ, ਬਾਣੀ ਮਹਾਰਾਜ ਪੜ੍ਹ ਰਹੇ ਆ, ਵੀ ਜਿਹੜਾ ਕੋਈ ਲੇਖ ਮੱਥੇ ਤੇ ਲਿਖਿਆ ਹੁੰਦਾ ਉਹ ਮਿਟ ਨਹੀਂ ਸਕਦਾ ਕਦੇ ਵੀ। ਉਹ ਪੰਕਤੀ ਇਸ ਤਰ੍ਹਾਂ ਹੈ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਇਹ ਪੰਕਤੀ ਸੱਚੇ ਪਾਤਸ਼ਾਹ ਦੀਆਂ ਪੜ੍ਹੀ ਹੈ ਪੋਥੀ ਤੋਂ। ਜਾਂ ਭਾਵੀ ਤਿਆਂ ਸਾਰ ਸੁਦੀਵਾ। ਵੀ ਉਹਦਾ ਮਾਇਨਾ ਹੀ ਕਵੀ ਜੀ ਲਿਖ ਰਿਹਾ ਵੀ ਜਿਹੜੀ ਭਾਵੀ ਹੁੰਦੀ ਨਾ, ਉਸੇ ਤਰ੍ਹਾਂ ਹੀ ਹੁੰਦਾ ਭਾਵ। ਜਿਹੜਾ ਕੁਝ ਹੋਣਾ ਹੈ ਨਾ, ਜਿਸ ਤਰ੍ਹਾਂ ਭਾਵੀ ਹੋਏ ਉਸੇ ਤਰ੍ਹਾਂ ਹੀ ਹੁੰਦਾ ਹੈ, ਉਸੇ ਤਰ੍ਹਾਂ ਹੀ ਹੁੰਦਾ ਹੈ। ਉਹੀ ਕਾਰਜ ਹੁੰਦਾ ਜੋ ਪਰਮੇਸ਼ਰ ਨੇ ਲਿਖਿਆ, ਜਾਂ ਜੋ ਵੀ ਮੁਕੱਦਰ ਹੁੰਦਾ, ਲੇਖ ਹੁੰਦਾ, ਉਹ ਲਿਖਿਆ ਮਿਟਦਾ ਨਹੀਂ ਹੈ, ਉਸੇ ਤਰ੍ਹਾਂ ਹੀ ਹੁੰਦਾ ਹੈ। ਪ੍ਰਭ ਕੀ ਨਜ਼ਰ ਕਰੇ ਸੁਖ ਥੀਵਾ। ਤੇ ਇਸ ਤਰ੍ਹਾਂ ਪ੍ਰਭੂ ਪਰਮੇਸ਼ਰ ਜਿਹੜੀ ਹੈ, ਜੇ ਉਹ ਨਜ਼ਰ ਕਰੇ ਪ੍ਰਭੂ ਪਰਮੇਸ਼ਰ ਤੇ ਫਿਰ ਸੁਖ ਟਕਾ ਮਿਲਦਾ ਹੈ। ਸੁਣ ਮਹਿ ਪਾਲਕ ਹਿਰਦੈ ਵਿਚਾਰੀ। ਤੋ ਇਸ ਤਰ੍ਹਾਂ ਉਹ ਜਿਹੜੀ ਹੈ ਪਾਵਨ ਪਵਿੱਤਰ ਗੁਰਬਾਣੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ, ਕਰਤੇ ਹੱਥ ਵਡਿਆਈਆ ਬੂਝਾ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰ, ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਇਹ ਪਾਵਨ ਪਵਿੱਤਰ ਗੁਰਬਾਣੀ ਸੱਚੇ ਪਾਤਸ਼ਾਹ ਜੀ ਪੜ੍ਹ ਰਹੇ ਸਨ ਗੁਰੂ ਗਰੀਬ ਨਵਾਜ। ਤੇ ਜਦੋਂ ਰਾਜੇ ਨੇ ਸਤਿਗੁਰਾਂ ਦੇ ਮੁਖੋਂ ਇਹ ਪਾਵਨ ਬਾਣੀ ਸੁਣੀ ਹੈ, ਇਹੀ ਰੀਤ ਜੇ ਸਾਚ ਉਚਾਰੀ। ਤੇ ਮਨ ਵਿੱਚ ਇਹ ਵਿਚਾਰ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਖੋਂ ਜਿਹੜੀ ਬਾਣੀ ਕੱਲ ਗੱਲ ਕਹਿ ਰਹੇ ਵੀ ਲਿਖਿਆ ਹੋਇਆ ਲੇਖ ਮਿਟਦਾ ਨਹੀਂ, ਇਹ ਸੱਚਾ ਜਾਣਿਆ ਹੈ ਵੀ ਮਹਾਰਾਜ ਬਿਲਕੁਲ ਸੱਚਾ ਹੀ ਉਚਾਰ ਰਹੇ। ਰਾਜਾ ਵਿਚਾਰਦਾ ਹੈ ਇਹਨਾਂ ਸੰਗ ਮਿਲਨ ਨਿਫਲ ਭਾ ਐਸੇ। ਪਰ ਫਿਰ ਮਹਾਰਾਜ ਰਾਜਾ ਕਹਿੰਦਾ ਹੈ ਵੀ ਮੈਂ ਗੁਰੂਆਂ ਦੇ ਦਰਸ਼ਨ ਕਰਨ ਆਇਆ ਹਾਂ, ਵੀ ਗੁਰੂ ਆਪ ਹੀ ਕਹੀ ਜਾਂਦੇ ਆ ਵੀ ਲੇਖ ਮਿਟ ਹੀ ਨਹੀਂ ਸਕਦਾ ਕਿਸੇ ਤਰ੍ਹਾਂ ਦੇ ਨਾਲ ਵੀ, ਜੋ ਮਰਜ਼ੀ ਹੋ ਜਾਏ ਲਿਖਿਆ ਲੇਖ ਮਿਟ ਹੀ ਨਹੀਂ ਸਕਦਾ ਹੈ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਵੀ ਜੇ ਲੇਖ ਮਿਟ ਹੀ ਨਹੀਂ ਸਕਦਾ ਮੱਥੇ ਦਾ, ਫਿਰ ਇਹਨਾਂ ਦੇ ਦਰਸ਼ਨ ਕਰਨ ਦਾ ਫਲ ਕੀ ਹੋਵੇਗਾ।
ਕਿਉਂਕਿ ਮਹਾਰਾਜ ਆਪ ਹੀ ਹੁਣ ਕਹਿ ਰਹੇ ਵੀ ਲੇਖ ਮਿਟ ਹੀ ਨਹੀਂ ਸਕਦਾ। ਫਿਰ ਮੈਨੂੰ ਇਹਨਾਂ ਦੇ ਦਰਸ਼ਨਾਂ ਦਾ ਕੀ ਲਾਭ ਹੈ? ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਮੈਨੂੰ ਇਹਨਾਂ ਦੇ ਦਰਸ਼ਨਾਂ ਦਾ ਕੋਈ ਫਲ ਮਿਲਣਾ ਹੀ ਨਹੀਂ। ਆਪ ਖੁਦ ਕਹਿ ਰਹੇ ਹਨ ਲੇਖ ਨਹੀਂ ਮਿਟੇਗਾ। ਲਿਖਿਆ ਮੇਟ ਨ ਸਕੀਐ ਕੈਸੇ। ਕਿਉਂਕਿ ਜਿਹੜੇ ਗੁਰੂ ਆਪ ਕਹਿ ਰਹੇ, ਫਿਰ ਲਿਖਿਆ ਹੋਇਆ ਲੇਖ ਕਿਵੇਂ ਮੇਟ ਸਕਦੇ? ਮੱਥੇ ਦਾ ਕੋ ਮਾੜਾ ਲਿਖਿਆ ਕਰਮ ਲੇਖ ਮੇਟ ਨਹੀਂ ਸਕਦੇ ਹਨ। ਜਿਸ ਪਰ ਨਹਿ ਉਪਾਏ ਕਿਮ ਹੋਏ। ਕਿਉਂਕਿ ਲਿਖੇ ਹੋਏ ਲੇਖ ਦੇ ਉੱਪਰ ਕੋਈ ਵੀ ਉਪਾਅ ਕਿਸੇ ਤਰ੍ਹਾਂ ਨਹੀਂ ਹੋ ਸਕਦਾ। ਇਹ ਮਹਾਰਾਜ ਆਪ ਕਹਿ ਰਹੇ ਬਾਣੀ ਅੰਦਰ। ਤਿਸ ਹਿਤ ਉਦਮ ਕਰ ਹੈ ਕੋਏ। ਤੇ ਫਿਰ ਕੀ ਕੋਈ ਉਹਦੇ ਹਿੱਤ ਉਦਮ ਕਰੇ? ਕੀ ਉਹਦੇ ਪਰਥਾਏ ਕੋਈ ਉਦਮ ਕਰ ਲਵੇਗਾ? ਹਾਥ ਜੋਰ ਗੁਰ ਕੇ ਸੰਗ ਕਹਿਓ। ਤੋ ਇਸ ਤਰ੍ਹਾਂ ਫਿਰ ਹੱਥ ਜੋੜ ਕੇ ਨਾ, ਜਦੋਂ ਰਾਜੇ ਦੇ ਮਨ ਵਿੱਚ ਸ਼ੰਕਾ ਸੰਸਾ ਆਇਆ, ਤੇ ਫਿਰ ਇਹ ਰਾਜਾ ਜਿਹੜਾ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋਇਆ, ਸਤਿਗੁਰਾਂ ਦੇ ਸਨਮੁਖ ਬੇਨਤੀ ਕਰਦਾ ਹੈ, ਆਪਣਾ ਸੰਸਾ ਇਉਂ ਰੱਖਦਾ ਹੈ। ਆਸ਼ਾ ਸਕਲ ਆਪ ਕੋ ਲਹਿਓ। ਹੇ ਸੱਚੇ ਪਾਤਸ਼ਾਹ ਜੀ, ਮਰ ਮੈਂ ਤੁਹਾਡਾ ਆਸ਼ਾ ਸਿਧਾਂਤ ਜਿਹੜਾ ਤੁਸੀਂ ਉਪਦੇਸ਼ ਗੁਰਬਾਣੀ ਅੰਦਰ ਦੇ ਰਹੇ ਹੋ, ਇਹਨਾਂ ਤੁਕਾਂ ਅੰਦਰ ਲੇਖ ਨਾ ਮਿਟਈ ਹੈ ਸਖੀ। ਇਸ ਗੁਰਬਾਣੀ ਦੀਆਂ ਤੁਕਾਂ ਅੰਦਰ ਸਿਧਾਂਤ ਆਸ਼ਾ ਜਿਹੜਾ ਨਾ ਮਹਾਰਾਜ ਉਪਦੇਸ਼, ਉਹ ਮੈਂ ਚੰਗੀ ਤਰ੍ਹਾਂ ਜਾਣਿਆ ਹੈ। ਕਿਉ ਅਬ ਸਿੱਖ ਬਣਾ ਗੁਰ ਧਰੋ। ਤੇ ਫਿਰ ਮਹਾਰਾਜ ਉਹ ਮੈਂ ਇਹ ਜਾਣਿਆ ਵੀ ਜਦੋਂ ਲਿਖਿਆ ਹੋਇਆ ਲੇਖ ਮਿਟਣਾ ਹੀ ਨਹੀਂ, ਫਿਰ ਮੈਂ ਤੁਹਾਡਾ ਸਿੱਖ ਕਿਉਂ ਬਣਾ? ਮੈਨੂੰ ਤੁਹਾਡਾ ਸਿੱਖ ਬਣਨ ਦਾ ਲਾਭ ਕੀ ਹੈ? ਜਦੋਂ ਤੁਹਾਡਾ ਆਪਦਾ ਬਚਨ ਹੈ ਵੀ ਮੱਥੇ ਤੇ ਲਿਖਿਆ ਹੋਇਆ ਲੇਖ ਕਿਸੇ ਦਾ ਮਿਟਦਾ ਨਹੀਂ, ਫਿਰ ਮਹਾਰਾਜ ਮੈਨੂੰ ਤੁਹਾਡਾ ਸਿੱਖ ਬਣਨ ਦਾ ਲਾਭ ਕੀ ਹੈ? ਮੈਂ ਕਿਉਂ ਤੁਹਾਡਾ ਸਿੱਖ ਬਣਾਂਗਾ? ਕਿਉਂ ਸਿੱਖੀ ਧਾਰਾਂ? ਕਿਉਂ ਗੁਰੂ ਧਾਰਾਂ? ਲਿਖਿਓ ਭਾਗ ਭੋਗਾ ਨਿਰਧਰਾ। ਕਿਉਂਕਿ ਜਿਹੜਾ ਲਿਖਿਆ ਭਾਗ ਹੈ ਉਹ ਫਿਰ ਮੈਂ ਨਿਰਣੇ ਸਹਿਤ ਧਾਰ ਲੈਣਾ ਵੀ ਉਹੀ ਹੋਣਾ ਜਿਹੜੇ ਮੇਰੇ ਕਰਮਾਂ 'ਚ ਲਿਖਿਆ ਹੈ। ਤੁਹਾਨੂੰ ਗੁਰੂ ਧਾਰਨ ਦਾ ਮੈਨੂੰ ਕੋਈ ਲਾਭ ਨਹੀਂ ਹੋਵੇਗਾ। ਸਤਿਗੁਰ ਭਣਿਓ ਮਿਟੈ ਜੇ ਨਾਹੀ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੇ ਦਾ ਸੰਕਾ ਸੁਣ ਕੇ ਮੁਖੋਂ ਬੋਲਦੇ ਹੈ ਕਿ ਹੇ ਰਾਜਨ ਸੁਣ, ਜੇ ਲਿਖਿਆ ਹੋਇਆ ਮੱਥੇ ਦਾ ਲੇਖ ਮਿਟਦਾ ਨਹੀਂ, ਜੇ ਨਹੀਂ ਮਿਟਣਾ ਹੁੰਦਾ ਹੈ, ਤਉ ਕਰਤ ਗੁਰ ਆਛੋ ਤਾਹੀ। ਪਰ ਮੱਥੇ ਦਾ ਲੇਖ ਮਿਟਦਾ ਨਹੀਂ, ਪਰ ਜਿਹੜਾ ਗੁਰੂ ਹੁੰਦਾ ਨਾ ਪੂਰਾ ਸਮਰੱਥ ਹੁੰਦਾ। ਉਹ ਗੁਰੂ ਪੂਰਾ ਸਮਰੱਥ ਹੋਵੇ, ਮੱਥੇ ਦਾ ਲੇਖ ਮਿਟ ਨਹੀਂ ਸਕਦਾ, ਪਰ ਗੁਰੂ ਬਦਲ ਸਕਦਾ। ਉਸ ਲਿਖੇ ਹੋਏ ਲੇਖ ਨੂੰ ਸੁਖਾਲਾ ਕਰ ਦਿੰਦਾ। ਜਿਵੇਂ ਉਹ ਅਕਸਰ ਹੀ ਕਹਾਵਤ ਹੈ ਨਾ ਕਿ ਸੂਲੀ ਦੀ ਸੂਲ ਬਣ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਰਾਜਨ ਸੰਸਾ ਤੇਰਾ ਠੀਕ ਹੈ, ਲੇਖ ਮਿਟਦਾ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਪੂਰਾ ਗੁਰੂ ਹੋਵੇ ਤੇ ਲਿਖੇ ਹੋਏ ਲੇਖ ਨੂੰ ਮੇਟ ਨਹੀਂ ਸਕਦਾ, ਪਰ ਬਦਲ ਦਿੰਦਾ ਹੈ। ਦੁੱਖ ਦੇ ਵਿੱਚੋਂ ਹੀ ਸੁੱਖ ਵਿਖਾ ਦਿੰਦਾ, ਸੁਖਾਲਾ ਹੀ ਕੱਟ ਦਿੰਦਾ ਹੈ। ਸੰਕਟ ਘਟ ਹੈ ਸੁਖ ਕੋ ਦੇਇ। ਤੇ ਜੇ ਕੋਈ ਮੁਕੱਦਰਾਂ ਲੇਖਾਂ ਵਿੱਚ ਸੰਕਟ ਦੁੱਖ ਲਿਖਿਆ ਹੈ, ਉਹ ਮਿਟਦਾ ਨਹੀਂ, ਪਰ ਉਹ ਦੁੱਖ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ। ਗੁਰੂ ਸਮਰੱਥ ਹੁੰਦਾ ਹੈ। ਆਪਣੋ ਜਾਨ ਬਚਾਏ ਸੋ ਲੈ। ਸਿੱਖ ਨੂੰ ਆਪਦਾ ਜਾਣ ਕੇ ਜਿਹੜਾ ਪੂਰਾ ਗੁਰੂ ਉਹਦੀ ਰੱਖਿਆ ਕਰਦਾ, ਇਹਨੂੰ ਬਚਾ ਲੈਂਦਾ, ਹੱਥ ਰੱਖ ਲੈਂਦਾ ਹੈ। ਲਿਖਿਓ ਪ੍ਰਭੂ ਕੋ ਸੋ ਪੀਰ ਹੈ। ਤੇ ਜਿਹੜਾ ਪ੍ਰਭੂ ਦਾ ਲੇਖ ਲਿਖਿਆ ਹੁੰਦਾ ਉਹ ਵੀ ਉਵੇਂ ਹੀ ਰਹਿ ਜਾਂਦਾ ਹੈ। ਜੇ ਦੁੱਖ ਲਿਖਿਆ ਤੇ ਗੁਰੂ ਦੁੱਖ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ। ਇਸ ਤਰ੍ਹਾਂ ਦੀ ਵਿਚਾਰ ਮਹਾਰਾਜ ਜੀ ਦੱਸ ਰਹੇ ਹਨ। ਭੋਗਤ ਹੀ ਕਲਿਆਣ ਸੋ ਲਹੈ। ਤੇ ਜੇ ਉਹ ਲੇਖ ਭੋਗ ਵੀ ਲੈਂਦਾ ਪ੍ਰਾਣੀ ਸਿੱਖ, ਤੇ ਲੇਖ ਭੋਗ ਕੇ ਵੀ ਕਲਿਆਣ ਪ੍ਰਾਪਤ ਹੋ ਜਾਂਦੀ ਹੈ। ਭਾਵ ਜੇ ਉਹਦਾ ਲੇਖ ਮੱਥੇ ਦਾ ਕੋਈ ਦੁੱਖ ਲਿਖਿਆ, ਕੋਈ ਬਹੁਤ ਭਿਆਨਕ ਲੇਖ, ਕੋਈ ਖੋਟਾ ਕਰਮ ਲਿਖਿਆ ਹੋਇਆ ਕਰਨਾ, ਜੇ ਗੁਰੂ ਦੀ ਸ਼ਰਨ ਵਿੱਚ ਸਿੱਖ ਜਾਵੇ, ਗੁਰੂ ਪੂਰਾ ਸਮਰੱਥ ਹੈ। ਤੇ ਹੇ ਰਾਜਨ, ਗੁਰੂ ਸਮਰੱਥਾ ਰੱਖਦਾ, ਲੇਖ ਪ੍ਰਭੂ ਦਾ ਲਿਖਿਆ ਹੋਇਆ ਮਿਟਦਾ ਨਹੀਂ, ਪਰ ਲੇਖ ਬਦਲ ਜ਼ਰੂਰ ਦਿੰਦਾ ਗੁਰੂ। ਜਿਵੇਂ ਸਾਧ ਸੰਗਤ ਜੀ ਆਪ ਨੂੰ ਸੌਖੀ ਸਮਝ ਆਵੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਅੱਗੇ ਉਹ ਪ੍ਰਸੰਗ ਆਵੇਗਾ ਅਗਲੀਆਂ ਪੋਥੀਆਂ ਇਤਿਹਾਸ ਵਿੱਚ। ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਲੇਖ ਮਿਟਦਾ ਨਹੀਂ। ਸਤਿਗੁਰੂ ਕਹਿੰਦੇ ਨਾ ਭਾਈ, ਲੇਖ ਨਹੀਂ ਮਿਟਦਾ। ਫਿਰ ਮਹਾਰਾਜ ਤੁਹਾਡੇ ਦਰਸ਼ਨਾਂ ਦਾ ਫਲ ਕੀ ਹੈ? ਜੇ ਲੇਖ ਨਹੀਂ ਮਿਟਦਾ, ਤੁਹਾਨੂੰ ਸ਼ੀਸ਼ ਝੁਕਾਉਣ ਦਾ ਫਲ ਕੀ ਹੈ? ਸੱਚੇ ਪਾਤਸ਼ਾਹ ਜੀ ਆਖਿਆ, ਭਾਈ ਦਇਆ ਸਿੰਘ ਜੀਆਂ ਨੂੰ ਆਖਿਆ ਕਿ ਭਾਈ ਸਾਹਿਬ ਜੀ ਮੋਹਰ ਲੈ ਕੇ ਆਓ। ਸਤਿਗੁਰੂ ਆਪਣੀ ਜਿਹੜੀ ਗੁਰੂ ਘਰ ਦੀ ਮੋਹਰ ਸੱਚੇ ਪਾਤਸ਼ਾਹ ਜੀਆਂ ਮੰਗਵਾਈ, ਕਾਗਜ਼ ਮੰਗਵਾਇਆ, ਸਿਆਹੀ ਮੰਗਵਾਈ, ਤੇ ਸੱਚੇ ਪਾਤਸ਼ਾਹ ਜੀ ਉਹ
ਮੋਹਰ ਅੱਗੇ ਕਰਕੇ ਨਾ ਸਿੱਖ ਦੇ ਤੇ ਕਹਿੰਦੇ ਆ ਦੱਸੋ ਕੀ ਲਿਖਿਆ। ਤੇ ਮੋਹਰ ਸਾਧ ਸੰਗਤ ਜੀ ਪੁੱਠੀ ਹੁੰਦੀ ਆ, ਉਹ ਅੱਖਰ ਜਦੋਂ ਸਿੱਧਾ ਵੇਖੋਗੇ ਮੋਹਰ ਨੂੰ ਪੜ੍ਹੇ ਨਹੀਂ ਜਾਂਦੇ, ਅੱਖਰ ਪੁੱਠੇ ਹੁੰਦੇ ਆ। ਉਹ ਕਹਿੰਦਾ ਮਹਾਰਾਜ ਸਮਝ ਪੈਂਦੀ ਨਹੀਂ ਕੀ ਲਿਖਿਆ, ਕਿਉਂ ਮੋਹਰ ਤੇ ਅੱਖਰ ਜੋ ਪੁੱਠੇ ਹੁੰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਪੜ੍ਹਿਆ ਜਾਂਦਾ। ਕਹਿੰਦਾ ਨਾ ਮਹਾਰਾਜ ਇਹ ਨਹੀਂ ਪੜ੍ਹਿਆ ਜਾਣਾ। ਗਰੀਬ ਨਵਾਜ ਨੇ ਉਹ ਮੋਹਰ ਹੱਥ ਵਿੱਚ ਪਕੜ ਸ਼ਾਹੀ ਤੇ ਭਿਉਂ ਕੇ ਜਦੋਂ ਕਾਗਜ਼ ਤੇ ਲਾਈ, ਫਿਰ ਮਹਾਰਾਜ ਕਹਿੰਦੇ ਲੈ ਕਾਗਜ਼ ਪੜ੍ਹੇ, ਉਹੀ ਮੋਹਰ ਹੈ। ਉਹ ਝੱਟ ਹੀ ਪੜ੍ਹੀ ਗਈ ਕਿਉਂਕਿ ਅੱਖਰ ਸਿੱਧੇ ਹੋ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਤਰ੍ਹਾਂ ਵੀ ਗੁਰੂ ਦੇ ਦਰਸ਼ਨਾਂ ਦਾ ਫਲ ਇਹ ਹੈ, ਮੱਥੇ ਤੇ ਲਿਖੇ ਹੋਏ ਖੋਟੇ ਲੇਖ ਵੀ ਜਦੋਂ ਕੋਈ ਸਿੱਖ ਸ਼ਰਧਾ ਨਾਲ ਮਹਾਰਾਜ ਦੇ ਚਰਨੀ ਮੱਥਾ ਟੇਕਦਾ, ਧਰਤੀ ਤੇ ਸ਼ੀਸ਼ ਲਾਉਂਦਾ, ਮਹਾਰਾਜ ਦੇ ਚਰਨਾਂ ਤੇ ਸ਼ੀਸ਼ ਰੱਖਦਾ, ਜਿਵੇਂ ਪੁੱਠੀ ਮੋਹਰ ਕਾਗਜ਼ ਤੇ ਲੱਗ ਕੇ ਸਿੱਧੀ ਹੋ ਜਾਂਦੀ ਹੈ, ਇਸ ਤਰ੍ਹਾਂ ਮੱਥੇ ਦੇ ਪੁੱਠੇ ਲੇਖ ਵੀ ਮਹਾਰਾਜ ਫੇਰ ਕੇ ਸਿੱਧੇ ਕਰ ਦਿੰਦੇ, ਭਾਵੇਂ ਮਿਟਦੇ ਨਹੀਂ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਇਹ ਦੱਸਿਆ ਮੰਡੀ ਦੇ ਰਾਜੇ ਨੂੰ ਕਿ ਭਾਈ ਦੁੱਖ ਨੂੰ ਸੁੱਖ ਵਿੱਚ ਪਰਮੇਸ਼ਰ ਬਦਲ ਦਿੰਦੇ ਆ। ਉਹ ਭੋਗ ਵੀ ਲੈਂਦਾ ਪ੍ਰਾਣੀ, ਪਰ ਦੁੱਖ ਲੇਖ ਭੋਗਦਿਆਂ ਹੋਇਆਂ ਵੀ ਉਹਦੀ ਕਲਿਆਣ ਹੋ ਜਾਂਦੀ ਹੈ। ਗੁਰ ਕਰੁਣਾ ਤੇ ਪ੍ਰਾਪਤ ਛੇਮ, ਗੁਰੂ ਦੀ ਕਿਰਪਾ ਦੁਆਰਾ ਛੇਮ ਕਹੀਏ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਈ ਗੁਰੂ ਦੇ ਚਰਨੀ ਆਵੇ ਸਹੀ, ਗੁਰੂ ਸਮਰੱਥ ਹੈ ਤੇ ਦਇਆ ਕਰਦਾ, ਕਿਰਪਾ ਸਦਕਾ ਨੂੰ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਕਰਮ ਵੀ ਭੋਗ ਲੈਂਦਾ ਤੇ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਦੋਨਾਂ ਵਿਧ ਕੋ ਇਹੋ ਨੇਮ, ਤੇ ਦੋਵਾਂ ਵਿਧੀਆਂ ਭਾਵ ਕਿ ਦੋਨਾਂ ਹੀ ਵਿਧੀਆਂ ਦਾ ਨੇਮ ਨਿਯਮ ਹੈ ਵੀ ਕਰਮ ਮਿਟਦਾ ਨਹੀਂ। ਗੁਰੂ ਕਰਮ ਜਿਹੜਾ ਉਹ ਲੇਖ ਜਿਹੜਾ ਬਦਲ ਦਿੰਦਾ ਤੇ ਫਿਰ ਭੋਗ ਵੀ ਲਈਦਾ ਲੇਖ, ਕਰਮ ਭੋਗ ਵੀ ਲਈਦਾ ਤੇ ਭੋਗਦਿਆਂ ਹੋਇਆਂ ਹੀ ਕਲਿਆਣ ਹੋ ਜਾਂਦੀ ਹੈ। ਐਸਾ ਸਤਿਗੁਰਾਂ ਦੇ ਘਰ ਦਾ ਇਹ ਨੇਮ ਮਰਿਆਦਾ ਹੈ। ਸੁਣ ਨਰਿੰਦ ਕੇ ਮਨ ਨਹਿ ਆਈ, ਪਰ ਸੁਣ ਕੇ ਹੁਣ ਰਾਜੇ ਦੇ ਮਨ ਵਿੱਚ ਕੋਈ ਭਰੋਸਾ ਨਾ ਮੱਝਾ ਵੀ ਮਹਾਰਾਜ ਐਂ ਕਿਵੇਂ ਹੋ ਸਕਦਾ। ਰਾਜੇ ਦੇ ਮਨ ਵਿੱਚ ਕੋਈ ਗੱਲ ਚੰਗੀ ਨਾ ਲੱਗੀ ਮਹਾਰਾਜ ਦੀ ਆਖੀ ਹੋਈ। ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੀ ਸਿੱਖਿਆ ਰਾਜੇ ਨੂੰ ਕੋਈ ਜ਼ਿਆਦਾ ਭਾਈ ਨਹੀਂ, ਮਨ ਨਹੀਂ ਭਾਈ ਹੈ। ਕਹਿਤ ਕਿ ਦੋਨਾਂ ਕਿਮ ਬਨ ਆਈ, ਤੇ ਕਹਿੰਦਾ ਹੈ ਰਾਜਾ ਕਿ ਇਹ ਦੋਵੇਂ ਮਹਾਰਾਜ ਕਿਵੇਂ ਬਣ ਸਕਦੀਆਂ, ਵੀ ਇਹ ਕਿਵੇਂ ਹੋ ਸਕਦਾ ਵੀ ਲੇਖ ਮਿਟੇ ਵੀ ਨਾ ਤੇ ਸੁੱਖ ਵੀ ਮਿਲ ਜਾਵੇ। ਵੀ ਜੇ ਕਰਮਾਂ ਵਿੱਚ ਦੁੱਖ ਲਿਖਿਆ ਤੇ ਲੇਖ ਤਾਂ ਲੇਖ ਹੀ ਹੈ ਨਾ ਮਹਾਰਾਜ, ਫਿਰ ਜੇ ਮਿਟਦਾ ਨਹੀਂ ਤੇ ਫਿਰ ਸੁੱਖ ਕਿਵੇਂ ਮਿਲ ਸਕਦਾ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਰਾਜਾ ਇਉਂ ਬੋਲਦਾ ਵੀ ਦੋਵੇਂ ਨਹੀਂ ਮਹਾਰਾਜ ਬਣ ਆ ਸਕਦੀਆਂ। ਇਹ ਕਿਵੇਂ ਦੋਵੇਂ ਇੱਕੋ ਗੱਲਾਂ ਇਕੱਠੀਆਂ ਬਣ ਆ ਸਕਦੀਆਂ ਹਨ। ਲਿਖਿਓ ਭਾਗ ਜੇ ਭੋਗ ਹੈ ਪ੍ਰਾਨੀ, ਵੀ ਜੇਕਰ ਕੋਈ ਆਪਦਾ ਲਿਖਿਆ ਹੋਇਆ ਭਾਗ ਕਰਮ ਪ੍ਰਾਣੀ ਭੋਗ ਲੈਂਦਾ, ਭੋਗ ਲਵੇ ਤਾਂ ਕਹਾਂ ਕਰੈ ਤਬ ਸ਼੍ਰੀ ਗੁਰ ਗਿਆਨੀ। ਗੁਰੂ ਕੀ ਕਰਦਾ ਫਿਰ? ਗੁਰੂ ਦਾ ਤਾਂ ਕੋਈ ਕੰਮ ਨਾ ਹੋਇਆ ਜੇ ਆਪਦਾ ਲਿਖਿਆ ਲੇਖ ਹੀ ਭੁਗਤਣਾ ਤਾਂ। ਜੇ ਕੀਤੇ ਹੋਏ ਕਰਮਾਂ ਦਾ ਫਲ ਹੀ ਲੈਣਾ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਫਿਰ ਗੁਰੂ ਦਾ ਕੀ ਕੰਮ ਹੋਇਆ, ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੋਇਆ। ਤੋ ਗੁਰੂ ਕੀ ਕਰਦਾ ਫਿਰ? ਗੁਰੂ ਦੇ ਦਰਸ਼ਨਾਂ ਦਾ ਕੀ ਲਾਭ, ਮਹਾਰਾਜ ਦੇ ਸਿੱਖ ਬਣਨ ਦਾ ਕੀ ਫਲ ਹੈ। ਇਸ ਤਰ੍ਹਾਂ ਦੀ ਵਿਚਾਰ ਰਾਜੇ ਨੇ ਇਹ ਸਵਾਲ ਫਿਰ ਕੀਤਾ ਹੈ। ਜੋ ਜੇ ਕਰ ਗੁਰ ਸਹਾਇਤਾ ਕੀਨ, ਤੇ ਜੇਕਰ ਗੁਰੂ ਸਹਾਇਤਾ ਕਰਦਾ ਹੈ, ਸਹਾਇਤਾ ਕਰੇ ਤਾਂ ਲਿਖਿਓ ਭਾਗ ਮਿਟ ਕਰ ਹੋਏ ਛੀਨ, ਵੀ ਜੇਕਰ ਲਿਖਿਆ ਹੋਇਆ ਭਾਗ ਮਿਟ ਕੇ ਨਾਸ਼ ਹੋ ਜਾਂਦਾ ਹੈ। ਜਾਂ ਤੇ ਮਨ ਮਹਿ ਨਹਿ ਆਵੈ, ਵੀ ਇਹ ਗੱਲ ਮੇਰੇ ਮਨ 'ਚ ਨਹੀਂ ਆਉਂਦੀ ਵੀ ਮਹਾਰਾਜ ਵੀ ਗੁਰੂ ਸਹਾਇਤਾ ਕਰੇ ਲੇਖ ਬਦਲ ਸਕਦਾ ਹੈ ਕਿ ਲੇਖ ਨਾਸ਼ ਕਰ ਸਕਦਾ ਹੈ। ਜੇ ਲਿਖਿਆ ਹੀ ਭੋਗਣਾ ਹੈ ਤੇ ਫਿਰ ਗੁਰੂ ਦੇ ਦਰਸ਼ਨਾਂ ਦਾ ਫਲ ਕੀ ਹੁੰਦਾ। ਇਹ ਮਹਾਰਾਜ ਤੁਹਾਡੀ ਜਿਹੜਾ ਸਿਧਾਂਤ ਇਹ ਹੈ ਨਾ ਮਹਾਰਾਜ, ਮੇਰੇ ਮਨ ਨੂੰ ਭਾਇਆ ਨਹੀਂ, ਕੋਈ ਮੇਰੇ ਮਨ ਵਿੱਚ ਸਮਝ ਨਹੀਂ ਪੈਂਦੀ ਹੈ। ਦੋਨਾਂ ਵਿਧ ਕੈਸੇ ਬਨ ਆਵੈ, ਵੀ ਦੋਵੇਂ ਵਿਧੀਆਂ ਕਿਵੇਂ ਬਣ ਸਕਦੀਆਂ ਵੀ ਗੁਰੂ ਸਹਾਇਤਾ ਕਰੇ ਤੇ ਲਿਖਿਆ ਹੋਇਆ ਭਾਗ ਜਿਹੜਾ ਗੁਰੂ ਉਹ ਮੇਟ ਕੇ ਨਾਸ਼ ਕਰ ਦੇਵੇ। ਇਹ ਦੋਵੇਂ ਵਿਧੀਆਂ ਕਿਵੇਂ ਬਣ ਸਕਦੀਆਂ, ਕਿਵੇਂ ਪੂਰੀਆਂ ਹੋਣਗੀਆਂ। ਸ਼੍ਰੀ ਗੁਰ ਕਹਿਓ ਰਹਾ ਦਿਨ ਤੀਨ, ਤੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਰਾਜੇ ਨੂੰ ਕਹਿੰਦੇ ਆ, ਰਾਜਨ ਤੇਰੇ ਸਵਾਲ ਦਾ ਜਵਾਬ ਅਸੀਂ ਦਿੰਨੇ ਆ, ਪਰ ਉਹਦੇ ਵਾਸਤੇ ਕੋਈ 3 ਦਿਨ ਜਿਹੜਾ ਨਾ ਤੂੰ ਇੱਥੇ ਰਹੋ। 3 ਦਿਨ ਅੰਮ੍ਰਿਤਸਰ ਸਾਹਿਬ ਸੰਗਤ ਕਰਨੀ ਕਰ, ਸੰਗਤ ਵਿੱਚ ਰਹਿਣਾ ਕਰ। ਜਿਵੇਂ ਹੋਏ ਦੋਨਾਂ ਤਿਮ ਲਿਹੁ ਚੀਨ, ਤੇ ਜਿਵੇਂ ਫਿਰ ਤੈਨੂੰ ਪਤਾ ਲੱਗ ਜਾਵੇਗਾ ਦੋਵੇਂ। ਮਹਾਰਾਜ ਬੇਨਤੀ ਆ
ਦੁਬਾਰਾ ਪੜ੍ਹ। ਜਿਮ ਹੋਏ ਦੋਨਾ ਤਿਮ ਲਿਹੁ ਚੀਨ। ਵੀ ਰਾਜਨ ਇੱਥੇ ਅੰਮ੍ਰਿਤਸਰ ਸਾਹਿਬ ਕੁਝ ਸਮਾਂ ਰਹਿ, ਕੁਝ ਸਮਾਂ ਰਹੇਗਾ ਤੇ ਆਪੇ ਹੀ ਤੈਨੂੰ ਗਿਆਨ ਹੋ ਜਾਊ। ਦੋਵੇਂ ਹੀ ਜਿਵੇਂ ਇੱਥੇ ਕੌਤਕ ਵਰਤਣਗੇ, ਦੋਵੇਂ ਹੀ ਗੱਲਾਂ ਦਾ ਤੈਨੂੰ ਗਿਆਨ ਹੋ ਜਾਵੇਗਾ, ਆਪੇ ਜਾਣ ਜਾਵੇਂਗਾ, ਭਾਲ ਲਵੇਂਗਾ। ਬਹੁਰ ਸਿੱਖ ਗੁਰੂ ਘਰ ਕੇ ਥਨਹਾ। ਤੇ ਫਿਰ ਗੁਰੂ ਘਰ ਦੀ ਸਿੱਖੀ ਧਾਰਨ ਕਰੀ। ਭਾਵ ਅਸੀਂ ਨਹੀਂ ਤੈਨੂੰ ਕਹਿੰਦੇ ਵੀ ਹੁਣ ਸਿੱਖ ਬਣ, ਪਹਿਲਾਂ ਤੂੰ ਇਹ ਆਪਣਾ ਤਸੱਲੀ ਜਿਹੜੀ ਆ ਨਾ, ਮਨ ਦਾ ਸ਼ੰਕਾ, ਇਹ ਨਿਵਰਤ ਕਰ ਲੈ। ਜਦੋਂ ਸ਼ੰਕਾ ਨਿਵਰਤ ਹੋ ਜਾਵੇਗਾ ਤੇ ਫਿਰ ਜਦੋਂ ਤਸੱਲੀ ਹੋਈ, ਆਪਦੇ ਅੱਖੀਂ ਵੇਖ ਲਵੇਂਗਾ ਦੋਵੇਂ ਗੱਲਾਂ ਵਰਤਦੀਆਂ ਵੀ ਗੁਰੂ ਲੇਖ ਮੇਟਦਾ ਭਾਵੇਂ ਨਹੀਂ, ਕਿਉਂਕਿ ਪ੍ਰਭੂ ਦਾ ਲਿਖਿਆ ਹੈ, ਪਰ ਗੁਰੂ ਲੇਖ ਬਦਲਣ ਦੀ ਸਮਰੱਥਾ ਰੱਖਦਾ ਹੈ। ਦੁੱਖ ਨੂੰ ਸੁੱਖ ਵਿੱਚ, ਸੂਲੀ ਨੂੰ ਸੂਲ ਵਿੱਚ ਬਦਲਣ ਦੀ ਸੱਚੇ ਪਾਤਸ਼ਾਹ ਵਿੱਚ ਜਿਹੜੀ ਹੈ ਉਹ ਸਮਰੱਥਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ। ਇਹ ਦੋਵੇਂ ਗੱਲਾਂ ਜਦੋਂ ਮਨ ਵਿੱਚ ਚੰਗੀ ਤਰ੍ਹਾਂ ਨਿਰਣਾ ਕਰ ਲਵੇਂਗਾ, ਫਿਰ ਤੂੰ ਸਤਿਗੁਰਾਂ ਦੇ ਘਰ ਦੀ ਸਿੱਖੀ ਧਾਰ ਲਵੀਂ। ਸੰਸੈ ਜਿਤਕ ਸਕਲ ਹੀ ਹਨਹਾ। ਤੇ ਜਿੰਨੇ ਤੇਰੇ ਮਨ ਵਿੱਚ ਸ਼ੰਕੇ ਆ ਨਾ, ਉਹ ਸਾਰੇ ਅੱਜ ਨਾਸ਼ ਕਰਕੇ ਜਾਈ। ਇਸ ਕਰਕੇ 2-3 ਦਿਨ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਰਹਿਣਾ ਕਰ। ਮਾਨ ਬਚਨ ਸਤਿਗੁਰ ਕੋ ਲੀਨ। ਤੇ ਮਾਨ ਬਚਨ, ਇਸ ਤਰ੍ਹਾਂ ਫਿਰ ਰਾਜੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਇਹ ਮੰਨਿਆ, ਠੀਕ ਹੈ ਮਹਾਰਾਜ, ਮੈਂ ਤੈਨੂੰ ਕੋ ਦਿਨ ਜਿਹੜਾ ਨਾ ਆਪ ਜੀ ਕੇ ਦਰ ਘਰ ਅੰਮ੍ਰਿਤਸਰ ਸਾਹਿਬ ਰੁਕ ਜਾਵਾਂਗਾ। ਲਿਆਇਓ ਭੇਟ ਸੋ ਅਰਪਨ ਕੀਨ। ਜਿਹੜੀਆਂ ਭੇਟਾਵਾਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਰਾਜਾ ਲੈ ਕੇ ਆਇਆ, ਉਹ ਸਤਿਗੁਰਾਂ ਦੇ ਚਰਨੀ ਭੇਟ ਕੀਤੀਆਂ ਹਨ। ਮਸਤਕ ਟੇਕ ਆਏ ਗੋ ਡੇਰੇ। ਤੇ ਇਸ ਤਰ੍ਹਾਂ ਮਹਾਰਾਜ ਨੂੰ ਦਰਸ਼ਨ ਕੀਤੇ, ਸਤਿਗੁਰਾਂ ਦੇ ਮੱਥਾ ਟੇਕਿਆ। ਬੇਅੰਤ ਨਾਨਾ ਤਰ੍ਹਾਂ ਦੀ ਦਰਸ਼ਨਾਂ ਦੀ ਭੇਟ ਆ ਸਤਿਗੁਰਾਂ ਦੇ ਚਰਨੀ ਰੱਖੀ ਹੈ। ਉਸ ਤੋਂ ਬਾਅਦ ਰਾਜਨ ਜਿਹੜਾ ਹੈ, ਮੰਡੀ ਵਾਲਾ ਰਾਜਾ, ਇੱਥੋਂ ਮੁੜਿਆ ਤੇ ਬਾਹਰ ਅੰਮ੍ਰਿਤਸਰ ਸਾਹਿਬ ਜਿੱਥੇ ਰਹਿੰਦਾ ਡੇਰਾ ਕੀਤਾ ਹੋਇਆ, ਰੁਕਿਆ ਹੋਇਆ ਫੌਜਾਂ ਰਾਣੀਆਂ ਸਮੇਤ ਆਪਣੇ ਸ਼ਮਿਆਨੇ ਤੰਬੂ ਵਿੱਚ ਪਹੁੰਚ ਗਿਆ ਹੈ।